ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਵਾਂ ਸ਼ਬਦ ਸ੍ਰੀ ਰਾਗ ਦੇ ਵਿੱਚ 57 ਅੰਗ ਤੇ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਸਤਿਗੁਰਾਂ ਪਾਸੋਂ ਜਿਹੜਾ ਨਿਰਮਲ ਉਪਦੇਸ਼ ਨੂੰ ਜਾਣੀਏ, ਜਿਹੜਾ ਨਿਰਮਲ ਉਪਦੇਸ਼ ਹੈ ਪਰਮੇਸ਼ਰ ਦੀ ਬਾਣੀ ਦਾ, ਇਹਦੇ ਨਾਲ ਲਾਭ ਕੀ ਹੋਵੇਗਾ? ਨਿਰਮਲ ਦੇਹ ਸਰੀਰ। ਤਾਂ ਜਿਹੜੀ ਸਾਡੀ ਅਸਥੂਲ ਦੇਹ ਹੈ, ਬਾਹਰ ਸਰੀਰ ਦਿਖਦਾ ਹੈ, 5 ਤੱਤਾਂ ਦਾ ਬਣਿਆ ਹੋਇਆ 25 ਪ੍ਰਕਿਰਤੀਆਂ ਵਾਲਾ ਸਰੀਰ ਅਤੇ ਸੂਖਮ ਸਰੀਰ ਜੋ 17 ਤੱਤਾਂ ਦੀ ਦੇਹੀ ਹੁੰਦੀ ਹੈ, ਗੁਰਬਾਣੀ ਦਾ ਪ੍ਰਭਾਵ ਇਹਨਾਂ ਦੇ ਉੱਤੇ ਸੁਣਨ ਨਾਲ ਸਥੂਲ ਦੇਹੀ ਅਤੇ ਸੂਖਮ ਦੇਹੀ, ਇਹਨਾਂ ਦੇ ਵਿੱਚ ਜਿਹੜੀ ਮੈਲ ਹੁੰਦੀ, ਜਿਸ ਕਰਕੇ ਪਰਮੇਸ਼ਰ ਤੋਂ ਆਪਾਂ ਦੂਰ ਹਾਂ, ਜਿਸ ਮੈਲ ਕਰਕੇ ਉਹਦੇ ਦਰਸ਼ਨ ਨਹੀਂ ਹੁੰਦੇ, ਉਹ ਮੈਲ ਗੁਰਾਂ ਦੀ ਬਾਣੀ ਸੁਣ ਕੇ, ਉਪਦੇਸ਼ ਨੂੰ ਸੁਣਦੇ ਹੌਲੀ ਹੌਲੀ ਦੂਰ ਹੋਣੀ ਸ਼ੁਰੂ ਹੁੰਦੀ। ਅਤੇ ਇਸੇ ਉਪਦੇਸ਼ ਦੇ ਨਾਲ ਜਦੋਂ ਸਾਡਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਮਹਾਰਾਜ ਜੀ ਫਰਮਾਉਂਦੇ ਨੇ, ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਨਿਰਮਲ ਜਿਹੜਾ ਸ਼ੁੱਧ ਸਰੂਪ ਸੱਚਾ ਵਾਹਿਗੁਰੂ ਹੈ, ਜੇ ਉਹ ਮਨ ਦੇ ਵਿੱਚ ਫਿਰ ਵਸ ਜਾਵੇ ਤਾਂ ਹੀ ਸੁਖ ਹੁੰਦਾ ਹੈ। ਮਨ ਦੇ ਅੰਦਰ ਕਈਆਂ ਨੂੰ ਕਿੰਨੇ ਹੀ ਚਿਰ ਹੋ ਗਿਆ ਬਾਣੀ ਪੜ੍ਹਦੇ ਸੁਣਦੇ, ਪਰ ਮਨ ਦੇ ਅੰਦਰ ਉਪਦੇਸ਼ ਪ੍ਰਵੇਸ਼ ਨਹੀਂ ਕਰਦਾ। ਮਨ ਦੀ ਸਥਿਤੀ ਜਿਉਂ ਦੀ ਤਿਉਂ ਹੀ ਹੈ ਬਹੁਤ ਸਾਲਾਂ ਤੋਂ, ਕਿਉਂਕਿ ਮਨ ਦੇ ਅੰਦਰ ਨਾਮ ਦਾ ਵਾਸਾ, ਉਹ ਜਿਹੜੀਆਂ ਅੰਦਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਸ ਮੈਲ ਦੇ ਨਾਲ ਮਨ ਭਰਿਆ ਹੋਇਆ ਹੈ, ਉਹ ਮੈਲੀਆਂ ਚੀਜ਼ਾਂ ਮਨ ਦੇ ਅੰਦਰ ਗੁਰਬਾਣੀ ਦਾ ਸਿਮਰਨ ਦਾ ਵਾਸਾ ਹੋਣ ਹੀ ਨਹੀਂ ਦਿੰਦੀਆਂ। ਸਿਮਰਨ ਦਾ ਨਾਮ ਦਾ ਵਾਸਾ ਸਤਿਗੁਰੂ ਦੱਸਦੇ ਨੇ ਅੱਜ ਨਿਰਮਲ ਉਪਦੇਸ਼ ਜਿਹੜਾ ਗੁਰਬਾਣੀ ਦਾ, ਪੰਕਤੀਆਂ ਇਹਨੂੰ ਕੰਨਾਂ ਨਾਲ ਸੁਣੀ ਜਾਓ। ਗੁਰੂ ਦੇ ਉਪਦੇਸ਼ ਕਥਾ ਜੋ ਗੁਰਬਾਣੀ ਦੀ ਵਿਚਾਰ ਹੈ, ਇਹਨੂੰ ਸੁਣੀ ਜਾਓ। ਇਸ ਵਿਚਾਰ ਦੇ ਨਾਲ ਹੌਲੀ ਹੌਲੀ ਮਨ ਦੀ ਪਹਿਲਾਂ ਮੈਲ ਦੂਰ ਹੁੰਦੀ। ਸਿਰਫ ਮੈਲ ਵੀ ਇੰਨੀ ਜ਼ਿਆਦਾ ਚੀਕਣੀ ਮੈਲ ਦੱਸੀ ਗੁਰਾਂ ਨੇ, ਜੋ ਬਿਲਕੁਲ ਨਾਲ ਹੀ ਚਿਪਕ ਜਾਂਦੀ, ਇੰਨੀ ਜ਼ਬਰਦਸਤ ਕਿ ਲੈਣ ਦਾ ਨਾਂ ਹੀ ਨਹੀਂ ਲੈਂਦੀ। ਮਨ ਮਾਇਆ ਮੈਂ ਫੱਦ ਰਹਿਓ ਵਿਸਰਿਓ ਗੋਬਿੰਦ ਨਾਮ। ਸਤਿਗੁਰੂ ਕਹਿੰਦੇ ਨੇ, ਹੁਣ ਵਿਛੋੜੇ ਵਿੱਚ ਜੋ ਦੁੱਖ ਹੋ ਰਿਹਾ ਹੈ, ਉਹ ਮੇਰੇ ਅਬ ਤੋਂ ਭਾਵ ਹਿਰਦੇ ਦੀ ਉਸ ਪੀੜਾ ਨੂੰ ਉਹੀ ਜਾਣਦਾ, ਪਰਮਾਤਮਾ ਹੀ ਜਾਣਦਾ ਕਿ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਤਾਈਓ ਸੁਖ ਹੁੰਦਾ ਜਿਹੜਾ ਹਿਰਦੇ ਦੇ ਅੰਦਰ ਬੈਠਾ ਪਰਮਾਤਮਾ, ਹਰੇਕ ਦੇ ਅੰਦਰ ਉਹਦੀ ਜੋਤ ਹੈ, ਉਹ ਮੇਰੀ ਅੰਦਰਲੀ ਪੀੜਾ ਨੂੰ ਜਾਣਦਾ ਹੈ। ਹਰੇਕ ਬੰਦਾ ਆਪਣੀ ਪੀੜਾ ਨੂੰ ਜਾਣਦਾ ਜਾਂ ਅੰਤਰਾਤਮੇ ਵਾਹਿਗੁਰੂ ਜਾਣਦਾ। ਮਹਾਰਾਜ ਕਹਿੰਦੇ ਨੇ, ਅਵਰ ਕੋ ਜਾਣੈ ਪੀਰ ਪਰਈਆ। ਜਿਹੜੀ ਪਰਾਈ ਪੀੜਾ ਉਹਨੂੰ ਹੋਰ ਕੋਈ ਜਾਣ ਨਹੀਂ ਸਕਦਾ। ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਸਹਿਜੈ ਤੋਂ ਭਾਵ ਹੁੰਦਾ ਗਿਆਨ। ਗਿਆਨ ਕਰਕੇ ਹੀ ਅਗਲੋ ਹੁੰਦਾ ਬਹੁਤਾ, ਬਹੁਤਾ ਸੁਖ ਹੁੰਦਾ ਹੈ ਇਨਸਾਨ ਨੂੰ। ਅਤੇ ਗਿਆਨ ਦੇ ਬਲ ਕਰਕੇ ਜਮਾਂ ਦਾ ਜਿਹੜਾ ਬਾਣ ਹੈ, ਤੀਰ ਹੈ, ਉਹ ਨਹੀਂ ਲੱਗਦਾ।
ना लागै जम तीर तो भाव तीर हुंदा नेड़े, जमदूत नेड़े नहीं लगदा। भाई रे मैल नाही निर्मल जल नहाए, ये भाई जिहड़ा नाम रूप निर्मल जल विच इशनान कर पहलां, ਇਹਦੇ ਵਿੱਚ ਇਸ਼ਨਾਨ ਕਰਦਿਆਂ विधि सिख के सुनिया, एक काम हो गया कि सुनिया है, मन्निया दूसरा कार्य है, तीसरा है मन कीता भाव, मन दे अंदर प्रेम कीता है। फिर अंतर्गत तीर्थ मल नहाओ, अंदरों मल मल के फिर जिहड़ी विषयां दी हर प्रकार की जिहड़ी मैल है वो अंदरों हौली हौली लहिंदी है, तां तेरे हिरदे च पापां दी मैल नहीं लगेगी। क्योंकि पापां दी मैल इस करके लगदी है कि निर्मल जल विच इशनान नहीं करदा। एक सरोवर दा इशनान तां कीता है जो प्रतख शरीर करके है, एक वो सरोवर जो साध संगत विच है, शब्द दी विचार करके निर्मल होना है, वो नहीं हो रहा। तू निर्मल साचा एक तू, होर मैल भरी सब जाए रहाओ। एक सच्चा वाहिगुरु ही निर्मल है, इउं कहंदे तू निश्चय कर अपने मन दे अंदर, ये वाहिगुरु इको एक तू ही निर्मल है। होर जिन्नियां भी जाए दा भाव हुंदा जगह ने सारियां, कोई भी जगह लै लो, सारियां मैल दे नाल ही भरियां होईयां ने। ताइयों महाराज सच्चे पातशाह कहते ने, क्या बग बपड़ा छपड़ी नहाए, कीचड़ डूबै मैल ना जाए। जिहड़े बगले पखंडी लोग ने निक्कियां निक्कियां छपड़ियां रिद्धियां सिद्धियां आदਿਕ विच छोटियां छोटियां शक्तियां विच यतन करते ने निर्मल होण दा, उत्थे होर मैल लग जाती है, विषे वासना दी, माया दी प्राप्ति दी, पापां दी मैल। उत्थे जीव निर्मल नहीं हुंदा। एक तुसीं ही निर्मल हो माया तो रहत, निर्मल दा सीधा भाव अर्थ ही माया तो रहत होना। हर का मंदिर सोहना कीया करना हार, हरि दा सोहना मंदिर जो वैराट रूप है, इनू करना हार अकाल पुरख ने आप ही रचना कीता है। इहो विस संसार तुम देख दे, इहो हर का रूप है। ये संसार नूं पहलां तां हरमंदर दस्या, इहदे विच परमात्मा दा वासा है। रावसा सदीप अनूप जोत त्रिभवन जोत अपार, इहदे विच अनूपम जोत वाले जिहड़े सूरज ने, चंद्रमा, ये दो दीवे ने। दोए दीवे 14 हट नाले, जेते जी तेते वणजारे। जो जिहड़े जगदे ने, जो तेल अते बत्ती तो बगैर ही प्रकाश करते ने, तिन्ना भवनां विच परमात्मा दी अपार जोत व्यापक है। हाट पटन गढ़ कोठड़ी सच सौदा वापार, इहदे विच प्रतख हट्टियां ने, पटन तो भाव शहर ने, गढ़ तो मतलब हुंदा किले ने, अते कोठड़ियां बनाईयां ने, घर आदਿਕ। सो इस विच गुरमुख लोग जिहड़े ने, वो सच बोलते हुए सौदे का नाम का वपार करते ने। बनाया है संसार परमात्मा का मंदिर, दो दीवे ने, तिन्ना भवनां च जोत व्यापक है। हट्टियां शहर किले कोठड़ियां बना के इहदे विच गुरमुख लोग जिहड़े ने, सिर्फ गुरमुख सच्चे नाम का वपार करते ने। दूसरे भाव अर्थ च कहण दा, हर का मंदिर सोहना कीया करना हार। हरि परमात्मा का जिहड़ा सोहना मंदिर है, ये मनुखा शरीर है। दूसरा मंदिर करना हार परमात्मा ने आप ही इहनूं बनाया है। रावसस सूरज अते चंद्रमा जिहड़े ने, सज्जा ते खब्बा नेत्र बनाए ने। सज्जा खब्बा नेत्र यही दो दीवे बड़े अपार जोत वाले ने। त्रिभवन तो भाव स्थूल शरीर
बाहर दिखता है, सूक्ष्म शरीर ਇਹਦੇ अंदर है। तीसरा है कारण देही। ये तीन जिहड़े रूप ने, तिन्ने शरीरां विच अपार परमेश्वर की जोत जिहड़ी चेतन सत्ता व्यापक है। हार्ट तो भाव हुण किथे किथे परमात्मा है, हार्ट हिरदा। कई अखर सारियां बोलियां च रल जांदे आपस विच। हार्ट हिरदा, पटन है शरीर, गढ़ नाम किले दा है। ये शरीर विच किला किहड़ा, जिहड़ा दसम द्वार दी कोठड़ी है। मन दियां कुल 72 कोठड़ियां, इन्हां विच गुरमुख सच नाम रूप सौदे दा वपार करदे ने। 72 कोठड़ियां दे विच तीजा भाव कहण दा कि हरि दा सोहना मंदिर सतसंग है, सतसंगत भी मंदिर है। कीया करना हार, वाहिगुरू ने आप ही बनाया इनू। ਇਹਦੇ ਵਿੱਚ भी दो दीवे जगाए ने सतसंगत विच। ਉਹ ਕਿਹੜੇ ने, कहते रब सस दीप अनूप जोत त्रिभवन जोत अपार। सूरज ਅਤੇ चंद्रमा ਕਿਹੜੇ ने, ज्ञान वैराग रूप दो दीवियां ਦੀ अपार जोत हो रही है संगत विच। ਅਤੇ ਗੁਰਮੁਖਾਂ ਨੇ ਇਹ भी निश्चा ਕੀਤਾ मन ਦੇ अंदर कि तिन्ना भवनां विच ही अपार परमात्मा की जोत जिहड़ी सत्ता व्यापक हो रही है। ਇਹਦੇ विच हाट हिरदा, पटन शरीर, गढ़ दसम द्वार, कोठड़ी मन दीआं कोठड़ियां, इन्हां सारिਆਂ ਨੂੰ दमन करके, इन्हां ਨੂੰ काबू विच करके अपने फिर गुरमुख सच्चे नाम रूप सौदे का वपार करते हैं। ज्ञान अंजन भै पंजना, देख निरंजन पाए। जिन्हां ने बुद्धि रूपी अखां विच ज्ञान रूप जिहड़ा अंजन सुरमा पा के, भाए दा अर्थ हुंदा ज्ञान स्वरूप निरंजन नूं प्रेम नाल वेख्या है परमात्मा नूं। ज्ञान अंजन गुर दिया, ज्ञान अंधेर विनाश। उन्हां ने जमां दे डर नूं नाश कीता है। भै भंजना, ज्ञान अंजन देख निरंजन भाए भै भंजना। इउं काव रूप विचों कढ के वार्तक जदों बनाउणी आ, उदों अन्वय करके अर्थ अगे पिछे लगदे ने। पहिलां तां बुद्धि रूप अखां विच ज्ञान दा सुरमा पा के, फिर भाए जिहड़ा ज्ञान दा सुरमा जदों पै गया, फिर भाए प्रेम दे सहित हो के निरंजन परमात्मा नूं देखिया जदों, तां भै सारे ही दूर हो गए ने। गुप्त प्रगट सब जाणिया, जे मन राखै ठाए। जे अपने मन नूं एक थां ते रखे, भाव मन एकाग्र हो जाए, एकाग्रता च लियावे, तां गुप्त प्रगट सारे जगह ते परमेश्वर नूं जाण लईदा। अथवा जिहड़ियां गुप्त शक्तियां ने अते प्रगट ने सारियां, मन जदों एक थां इकट्ठा हुंदा आके, उदों ही प्रकाश हो जांदा इहनूं। अते गुप्त प्रगट सारा कुछ दिखण लग जांदा। वो बंदा जदों कहंदा मैनूं दिखण लग पिया है, संसार नहीं मानदा। कह कबीर अब जानिया, जब जानिया तो मन मानिया। मन माने लोग ना भतीजा, ना भतीजा तो क्या कीजा। की करिए, एक नूं दिखदा दूजे नूं दिखदा नहीं। हुण जिहनूं प्रतੱਖ भी दुनिया दे अखां लगियां होईयां ने, उहदे नाल कोई अखां तो हीणा बंदा तुरिया जांदा है, ਉਹ ਕਹਿੰਦਾ ਉਹ ਸਾਹਮਣੇ देख हरे रंग की चीज़ है, उत्थे पीले की चीज़ है, वो सामने पानी है, इधरले पासे पंछी उड़े जा रहे ने। अखां तो हीणा बंदा कहता एवें झूठ बोलदा, मैनूं तां कोई दींदा नहीं, क्योंकि उहदी अखां ही नहीं है। इसे तरह जिन्हां दीयां अखां अंदरलियां खुल जांदियां ने, वो गुप्त शक्तियां सारियां उन्हां नूं दिखी जांदियां ने। जिन्हां दीयां नहीं खुलदियां अखां, उन्हां नूं कुछ भी नहीं नज़र आ रहा। कईयां नूं गुप्त शक्तियां जदों दिखदियां रौला पा दिंदे ने, फिर उन्हां दीयां गुप्त हो जांदियां ने। इस करके सतगुरु कहने जदों मन एक थां टिक जांदा है,
ਤਾਂ ਪਰਮੇਸ਼ਰ ਵੀ ਦਰਸ਼ਨ ਦੇਣ ਲੱਗ ਜਾਂਦੇ ਨੇ। ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ। ਮੇਰਾ ਵਾਹਿਗੁਰੂ ਤਾਂ ਨਾਲ ਹੀ ਹੈ। ਉਹਨਾਂ ਨੂੰ ਵਾਹਿਗੁਰੂ ਦਾ ਪ੍ਰਕਾਸ਼ ਦਿਖਣ ਲੱਗ ਜਾਂਦਾ, ਸਰਬ ਵਿਆਪਕ। ਉਹਨਾਂ ਨੂੰ ਹਰ ਇੱਕ ਚੀਜ਼ ਹੀ ਦਿਖਣ ਲੱਗ ਜਾਂਦੀ, ਹਰੇਕ ਥਾਂ ਤੇ ਹਰੇਕ ਸ਼ਕਤੀ ਨਜ਼ਰ ਆਉਂਦੀ ਹੈ। ਪਰ ਕਿਉਂਕਿ ਐਸਾ ਮਨੁੱਖ ਕਰੋੜਾਂ ਵਿੱਚ ਇੱਕ ਹੁੰਦਾ, ਇਸ ਕਰਕੇ ਉਹ ਮਨੁੱਖ ਇੱਕ ਹੋਣ ਕਰਕੇ ਜੋ ਬੋਲਦਾ ਵੀ ਹੈ। ਹੁਣ ਇੱਕ ਪਾਸੇ 1 ਕਰੋੜ ਬੰਦਾ, ਇੱਕ ਪਾਸੇ ਇੱਕ ਬੰਦਾ। 1 ਕਰੋੜ ਬੰਦਾ ਕਹਿੰਦਾ ਇਹ ਬੰਦਾ ਇਕੱਲਾ ਹੀ ਝੂਠ ਬੋਲੀ ਜਾਂਦਾ, ਐਵੇਂ ਸਾਨੂੰ ਰੌਲਾ ਪਾ ਕੇ ਕਹੀ ਜਾਂਦਾ ਹੈ। ਹੋ ਸਕਦਾ ਇਹਦੇ ਕੋਈ ਦਿਮਾਗ ਵਿੱਚ ਨੁਕਸ ਪਿਆ ਹੋਊਗਾ ਜਾਂ ਇਹਦੀ ਅੱਖਾਂ 'ਚ ਭੁਲੇਖਾ ਪੈ ਰਿਹਾ। ਇਸ ਤਰ੍ਹਾਂ ਦੁਨੀਆ ਉਸ ਗੱਲ ਨੂੰ ਮੰਨਦੀ ਹੀ ਨਹੀਂ। ਤਾਈਓਂ ਗੁਰਮੁਖਾਂ ਨੂੰ ਫਿਰ ਚੁੱਪ ਰਹਿਣਾ ਪੈਂਦਾ। ਸੰਸਾਰ ਦੇ ਵਿੱਚ ਹੁੰਦਾ ਸਾਰਾ ਕੁਝ ਕੋਲੇ ਹੀ ਹੈ। ਗੁਪਤ ਪ੍ਰਗਟ ਸਭ ਜਾਣੀਆਂ, ਜੇ ਮਨ ਰਾਖੈ ਠਾਏ। ਐਸਾ ਸਤਿਗੁਰ ਜੇ ਮਿਲੈ, ਤਾਂ ਸਹਿਜੇ ਲਏ ਮਿਲਾਏ। ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ, ਜੇ ਇਹੋ ਜਿਹੇ ਗੁਰੂ ਸਾਹਿਬ ਮਿਲ ਪੈਣ ਤਾਂ ਸਹਿਜੇ ਹੀ ਗਿਆਨ ਦੁਆਰਾ ਜਗਿਆਸੂ ਨੂੰ ਪਰਮੇਸ਼ਰ ਦੇ ਨਾਲ ਮਿਲਾ ਲੈਂਦੇ ਨੇ। ਉਹ ਕਸ ਕਸਵੱਟੀ ਲਾਈ ਐ, ਪਰਖੇ ਹਿਤ ਚਿਤ ਲਾਏ। ਕਸ ਹੁੰਦੀ ਕਸੀਸ, ਕਸੀਸ ਹੁੰਦੀ ਤਾੜਨਾ। ਚੰਗੀ ਤਰ੍ਹਾਂ ਕਸ ਕੇ, ਸੋ ਕਸੀਸ ਰੂਪ ਕਸਵੱਟੀ ਤੇ ਲਾ ਕੇ ਫਿਰ ਜਗਿਆਸੂ ਦੇ ਚਿੱਤ ਦੇ ਨਾ ਅੰਦਰ ਜਿਹੜਾ ਪ੍ਰੇਮ ਹੈ ਨਾ, ਉਹਨੂੰ ਪਰਖਦੇ ਨੇ ਸਤਿਗੁਰੂ ਜਾਣ ਕੇ। ਸਤਿਗੁਰੂ ਪਰਖਾਂ ਲੈਂਦੇ ਨੇ ਕਈ ਵਾਰੀ। ਕਹਿਣ ਨੂੰ ਤਾਂ ਮੂੰਹ ਨਾਲ ਆਪਾਂ ਜੋ ਮਰਜ਼ੀ ਕਹੀ ਜਾਈਏ ਕਿ ਜਦੋਂ ਲੋੜ ਪਈ ਜੀ ਦੱਸਿਓ, ਤੁਹਾਨੂੰ ਮੈਨੂੰ ਦੱਸਿਓ ਤੁਸੀਂ। ਤੇ ਜਦੋਂ ਲੋੜ ਪਈ ਗੁਰਾਂ ਨੇ ਆਵਾਜ਼ ਮਾਰੀ, ਸਿੱਖ ਲੱਭਿਆ ਹੀ ਨਹੀਂ, ਫੇਰ ਤਾਂ ਫਾਇਦਾ ਨਾ ਹੋਇਆ। ਸਤਿਗੁਰੂ ਕਹਿੰਦੇ ਮੌਕੇ ਤੇ ਪਰਖਣ ਨਾਲੋਂ ਪਹਿਲਾਂ ਹੀ ਇੱਕ ਵਾਰੀ ਪਰਖ ਕੇ ਦੇਖ ਲਈਏ ਨਾ, ਮੌਕੇ ਤੇ ਥਿਆਵੇ ਹੀ ਨਾ, ਉਹ ਲੱਭੇ ਹੀ ਨਾ ਸਾਨੂੰ ਮੌਕੇ ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਸਿੱਖ ਨੂੰ ਪਰਖਦੇ ਰਹਿੰਦੇ ਨੇ ਬਾਰ-ਬਾਰ। ਖੋਟੇ ਠੌਰ ਨਾ ਪਾਏ ਨੀ, ਖਰੇ ਖਜ਼ਾਨਾ ਪਾਏ। ਹੁਣ ਜਿਹੜੇ ਖੋਟੇ ਮਨੁੱਖ ਨੇ ਉਹ ਗੁਰਾਂ ਦੇ ਹੁਕਮ ਅਨੁਸਾਰ ਨਹੀਂ ਚੱਲਦੇ, ਸਤਿਗੁਰੂ ਉਹਨਾਂ ਨੂੰ ਪਰਖ ਲੈਂਦੇ ਨੇ। ਉਹ ਕਸੀਸ ਰੂਪ ਕਸਵੱਟੀ ਤੇ ਠਹਿਰਨਾ ਨਹੀਂ ਪਾਉਂਦੇ। ਸ੍ਰੀ ਅਨੰਦਪੁਰ ਸਾਹਿਬ ਕਸਵੱਟੀ ਹੋਈ ਚਾੜੀ ਸੀ, ਖਿੱਚ ਖਿੱਚ ਕੇ ਮਸਾਂ ਹੀ ਫਿਰ 40 ਜਾਣੇ ਨਿਕਲੇ। ਉਹ ਤਾਂ ਖੈਰ ਬਹੁਤ ਜ਼ਿਆਦਾ ਕਰੜੀ ਪ੍ਰੀਖਿਆ ਸੀ, ਉਹਦੇ 'ਚ ਤਾਂ ਸਿਰਫ ਕੋਈ ਪੂਰਨ ਪੁਰਖ ਹੀ ਖੜ ਸਕਿਆ ਹੋਵੇਗਾ ਗੁਰਾਂ ਦੇ ਅੱਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਖਰੇ ਮਨੁੱਖ ਗੁਰਾਂ ਦੇ ਹੁਕਮ ਅਨੁਸਾਰ ਚੱਲਦੇ ਨੇ, ਉਹ ਸਰੂਪ ਰੂਪੀ ਖਜ਼ਾਨੇ 'ਚੋਂ ਪ੍ਰਵਾਨ ਕਰ ਲੈਂਦੇ ਸਤਿਗੁਰੂ ਉਹਨਾਂ ਨੂੰ। ਅਤੇ ਪਰਖਾਂ ਫੇਰ ਸ਼ੁਰੂ ਹੋ ਜਾਂਦੀਆਂ। ਬਾਰ-ਬਾਰ ਪਰਖਣਾ ਗੁਰਾਂ ਦਾ ਕਾਰਜ ਹੈ, ਕਿਉਂਕਿ ਜਿੰਨਾ ਜ਼ਿਆਦਾ ਲੋਹੇ ਨੂੰ ਮਾਰ ਪੈਂਦੀ ਗਰਮ ਕਰਕੇ ਉਹਨਾਂ ਜ਼ਿਆਦਾ ਜਿਹੜੇ ਉਹਦੇ ਅੰਦਰ ਕ੍ਰਿਸਟਲ ਹੁੰਦੇ ਨੇ ਉਹ ਹੋਰ ਸੂਖਮ ਹੁੰਦੇ ਤੁਰੇ ਜਾਂਦੇ ਨੇ, ਹੋਰ ਪਕੜ ਕਰਦੇ ਨੇ, ਹੋਰ ਮਜ਼ਬੂਤ ਹੁੰਦੇ ਨੇ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬਾਰ-ਬਾਰ ਪਰਖ ਲੈਂਦੇ। ਜਿਹੜੀ ਮਾੜੀ ਮੋਟੀ ਵਿੱਚ ਢਿੱਲ ਹੈ, ਇਸ ਸਿੱਖ ਨੂੰ ਕੱਸਿਆ ਜਾ ਸਕੇ, ਹੋਰ ਕੱਸਦੇ ਨੇ ਬਾਰ-ਬਾਰ। ਪਹਿਲੇ ਸਰੂਪ ਤੋਂ ਲੈ ਕੇ ਕੱਸਣਾ ਸ਼ੁਰੂ ਕੀਤਾ। 10ਵੇਂ ਪਾਤਸ਼ਾਹ ਤੱਕ 5 ਜਾਣਿਆਂ ਨੂੰ ਪ੍ਰਗਟ ਕੀਤਾ ਗੁਰਾਂ ਨੇ, ਜਿਹੜੇ ਸੀਸ ਦੇਣ ਵਾਸਤੇ ਸਾਹਮਣੇ ਖੜੇ ਹੋਏ। ਆਸ ਅੰਦੇਸਾ ਦੂਰ ਕਰ, ਇਉਂ ਮਲ ਜਾਏ ਸਮਾਏ। ਪਦਾਰਥਾਂ ਦੀ ਆਸਾ ਤੇ ਅੰਦੇਸਾ ਹੁੰਦਾ, ਫਿਕਰਾਂ ਨੂੰ ਦੂਰ ਕਰਕੇ ਸੇਵਾ ਕਰਦਾ ਰਹੋ। ਆਸ ਅੰਦੇਸਾ ਦੂਰ ਕਰ। ਇਸ ਵਜ੍ਹਾ ਦੇ ਨਾਲ ਫਿਰ ਤੇਰੇ ਅੰਦਰ ਕਹਿੰਦੇ ਭਾਈ ਜਿਹੜੀ ਰਾਗ ਦਵੈਸ਼ ਆਦਿਕ ਹੋਰ ਸਾਰੀਆਂ ਮੈਲਾਂ ਨੇ ਨਾ, ਇਹ ਫੇਰ ਜਾ ਕੇ ਨਿਵਰਤ ਹੋਣੀਆਂ ਨੇ। ਇਉਂ ਮਲ ਜਾਏ ਸਮਾਏ, ਮੈਲ ਇਉਂ ਜਾਵੇਗੀ ਤੇ ਸਮਾਏ ਦਾ ਅਰਥ ਹੈ ਨਿਵਰਤ ਹੋ ਜਾਵੇਗੀ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹੁਣ ਸੁਖ ਮੰਗਣ ਲਈ ਤਾਂ ਗੁਰੂ ਸਾਹਿਬ ਦੇ ਕੋਲੇ ਆਉਂਦੇ ਨੇ ਸਾਰੇ ਜਾਣੇ, ਪਰ ਦੁੱਖ ਨੂੰ ਕੋਈ ਨਹੀਂ ਮੰਗਦਾ, ਮਿਹਨਤ ਕਰਨੀ ਕੋਈ ਨਹੀਂ ਮੰਗਦਾ। ਆ ਕੇ ਖੜ ਗਏ
दे दो जी, लो जी, बड़े चंगे ने सतगुर। फिर आ गया महाराज आ चाहिदा, लो जी, लियाओ जी। फिर आ गया। एक दिन हुण सतगुरां ने विचार कीती, ये लई जांदा, थोड़ी जी कसवट्टी ला के तां देखिए। गुरां ने 10 चीज़ां दित्तियां, उह चों एक वापस लै लई, देखिए भी की कहंदा हुण। जदों एक चीज़ वापस लई तां सारे शहर ढिंढोरा पिटता भी गुरु ने मेरी चीज़ वापस लाई, रब ने बड़ा माड़ा कीता, गुरु साहब ने बहुत माड़ा कीता। सतगुरु कहंदे ये तां नकम्मा निकलिया। अज 10 चीज़ां बाद इहनूं परखिया, जे 100 चीज़ां बाद 10 लै लैंदे फिर तां इहने बिल्कुल ही रौला पा के दुनिया नूं साडे सारे पासे निंदा करनी सी। सतगुरु महाराज परखदे ने, दुनिया अंदर कोई दुख मंग के राजी नहीं, अमृत वेला नहीं मंगदा, कहने की लोड़ है, पदार्थ मंगी जाओ। पदार्थवादी लोग, कोई ये नहीं कहता मैनू जपजी साहब दे इन्ने पाठ करवा लो, कोई नहीं कहता मैनू अमृत की दात दिओ, कहते ये दुख औखा काम है, 5 ककार किहड़ा सांभू। तां सतगुरु महाराज कहने कि दुख दारू सुख रोग भया, जा सुख ताम ना होई। हुण आप ही सतगुरु महाराज निर्णय करते ने, सुख है कहो दुख अगला, मनमुख बूझ ना होए। संसारक सुख भोगण वाले नूं अगला हुंदा बहुता दुख भोगना पैंदा। ये गल मनमुख नूं समझ नहीं पैंदी, वो गुरु साहब तो सुख तां मंगी जांदा है। सुख मंग मंग के इन्ना दलिदरी हो गया कि देही भी काम करनों हट गई, हुण मन भी आलसी हो गया, क्योंकि सुख ने इंसान नूं हमेशा तंग कीता है, सुख रोग पया। सतगुरु महाराज कहने जिहड़ा गुरु घर दा कानून है, गुरमत की कहंदी आ, सुख दुख सम कर जाणिया है, शब्द भेद सुख होए। महाराज कहने गुरु दे उपदेश नूं भेद दा अर्थ है जाण के, गुर शब्द द्वारा मन दे कठोर सुभाਅ नूं भेद हुंदा विन्न के चंगी तरह। गुरु दे शब्द नूं पहलां जाण लो चंगी तरह, उहदा भेद पा लो कि गुरु दे शब्द विच की उपदेश होया। सुख ते दुख नूं इक्को जिहा करके जाणीए तां आत्मक आनंद प्राप्त हुंदा। ये बहुत वड्डा महाराज सच्चे पातशाह ने सिद्धांत रखिया अपने सामने। ना सुख ते ना दुख, इन्हां दोनां तो निर्लेप होना पैना। सुख ते दुख नूं इक्को जिहा जाणीए, सुख आ गया तां भी कोई गल नहीं, दुख आ गया तां भी कोई गल नहीं। सुख विच जदों बहुत सुखी हुंदा उदों कहंदा अज तां उलझ ही रहे, बस ब्याह शादी सी, आ सी आओ सी, नितनेम होया ही नहीं। बहुत दुख आ गया फिर किहड़ा नितनेम करना, फिर भी नहीं करना, बाणी नहीं पढ़नी, सिमरन नहीं करना। दोनों हालातां तो पासे करन लई सतगुरु कहंदे अपने मन नूं जो नर दुख मैं दुख नहीं मानना, सुख स्नेह वर भै नहीं जाकै कंचन माटी मानना। इस करके सुख दुख सम कर जानी है। गुरमुखां ने इस अवस्था नूं दिखाया है करके, क्योंकि उन्हें शब्द दे नाल अपने आप नूं अपने हिरदे नूं बिन्ह के परो लिया। तिथै सीतो सीता महिमा माहे, ना होए मरह ना ठागे जाहे, जिनकै राम वसै मन माहे, तिथै भगत वसै के लोआ, करह आनंद सच्चा मन सोए। वो हुण कित्थे वसदे ने रब दे प्यारे, कहने जिथे सचखंड वसै निरंकार, निरंकार दे कोल थां प्राप्त होई। उन्होंने जिन्नी कुर्बानी कीती उहदे हिसाब नाल ही बख्शिश हुंदी है। ये कोई छोटियां गल्लां नहीं। भाई तारूसी ने खोपड़ी लहाती, केस नहीं कटाए अपने। इसे करके जकरीए नूं जुत्तियां पईयां बहुत, शरीर छड्डिया, नरकां नूं सिੱਟ के फिर 22 दिनां बाद गए ने। ये भी कोई छोटी जी गल नहीं है। सुख दुख दोनों सम कर जाना और मान अपमाना। वेद पुकारे वाचीऐ बाणी ब्रह्म व्यास। ब्रह्म बाणी जो वेद है उन्होंने व्यास विस्तार पूर्वक जे वाचीए ना तो यही पुकारदी है। जो ब्रह्मा की बाणी वेद है तो व्यास की बाणी पुराण है, इन्हों वाचीए तो इहो पुकारते हैं। वो की पुकारते हैं?
ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ। ਚਾਹੇ ਕੋਈ ਮੁਨੀ ਜਨ ਮਹਾਤਮਾ ਹੈ, ਚਾਹੇ ਕੋਈ ਸੇਵਾ ਕਰਨ ਵਾਲਾ ਸੇਵਕ ਹੋਇਆ, ਚਾਹੇ ਕੋਈ ਸਾਧਨਾ ਦੇ ਕਰਨ ਵਾਲਾ ਸਾਧਕ ਹੋਇਆ, ਇਹਨਾਂ ਸਾਰਿਆਂ ਚੋਂ ਜਿਹੜਾ ਨਾਮੀ ਬੰਦਾ, ਨਾਮ ਜਪਣ ਵਾਲਾ ਨਾ, ਨਾਮੀ ਪ੍ਰਭੂ ਦੇ ਨਾਮ ਸਿਮਰਨ ਵਿੱਚ ਰਤਿਆ ਹੋਇਆ, ਉਹ ਸ਼ੁਭ ਗੁਣਾਂ ਦਾ ਖਜ਼ਾਨਾ ਬਣਿਆ। ਇਹ ਗੱਲ ਨੂੰ ਸਾਰੇ ਹੀ ਪੁਕਾਰਦੇ ਨੇ, ਰਿਸ਼ੀ ਮੁਨੀ ਵੀ ਕਹਿੰਦੇ ਨੇ ਇਸ ਗੱਲ ਦੇ, ਤਾਂ ਹੀ ਕਿ ਨਾਮ ਹੀ ਵੱਡਾ। ਸੱਚ ਰਤੇ ਸੇ ਜਿਣ ਗਏ ਹਉ ਸਦ ਬਲਿਹਾਰੈ ਜਾਸ। ਜਿਹੜੇ ਸੱਚੇ ਨਾਮ ਵਿੱਚ ਰੰਗੇ ਗਏ ਨੇ ਉਹ ਜਿੱਤ ਗਏ। ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਚੌਂ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਜਿਨ੍ਹਾਂ ਦੇ ਮੂੰਹ ਚੋਂ ਸਤਨਾਮ ਵਾਹਿਗੁਰੂ ਨਾਮ ਦਾ ਉਚਾਰਨ ਨਹੀਂ ਹੋਇਆ, ਉਹ ਚਾਰਾਂ ਯੁੱਗਾਂ ਵਿੱਚ, ਚੌਂ ਯੁਗੀ ਸੰਸਾਰ ਵਿੱਚ ਸ਼ੁਰੂ ਤੋਂ ਲੈ ਕੇ ਰਾਗ ਦਵੈਸ਼ ਰੂਪ ਮੈਲ ਦੇ ਨਾਲ ਭਰੇ ਹੀ ਪਏ ਨੇ। ਉਹ ਮੈਲੇ ਹੀ ਹੋ ਰਹੇ ਨੇ, ਕਿਉਂਕਿ ਨਾਮ ਨੇ ਮੈਲ ਦੂਰ ਕਰਨੀ। ਮੈਲ ਨਜ਼ਰ ਨਹੀਂ ਆਉਂਦੀ, ਜਿਹੜੀ ਅੰਦਰ ਮੈਲ ਉਹ ਨਹੀਂ ਦਿਖਦੀ ਆਪਾਂ ਨੂੰ। ਉਹ ਮੈਲ ਕਿਉਂ ਨਹੀਂ ਦਿਖਦੀ? ਕਿਉਂਕਿ ਉਹ ਮੈਲ ਅੰਤਰੀਵ ਹੈ, ਉਹਨੂੰ ਸੂਖਮ ਮੈਲ ਨੂੰ ਸੂਖਮ ਸ਼ਬਦ ਹੀ ਉਤਾਰਦਾ ਹੈ। ਬਾਣੀ ਦੇ ਨਾਲ ਪ੍ਰੇਮ ਨਹੀਂ ਜਿਹਦੇ ਅੰਦਰ ਮੈਲ ਹੈ। ਜੇ ਬਾਣੀ ਦੇ ਨਾਲ ਪ੍ਰੇਮ ਹੈ ਤਾਂ ਬਾਣੀ ਸੁਣਦਾ, ਕੀਰਤਨ ਸੁਣਦਾ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਨਾਮ ਨੂੰ ਸਰਵਣ ਕਰਦੇ ਨੇ, ਨਾਮ ਨੂੰ ਜਪਦੇ ਨੇ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਮੈਲ ਲੱਗੀ ਹੋਈ ਹੈ, ਉਹਨੂੰ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ, ਪਸੰਦ ਨਹੀਂ ਆਉਂਦਾ ਉਹਨੂੰ। ਭਗਤੀ ਭਾਏ ਵਿਹੂਣਿਆ ਮੋਹ ਕਾਲਾ ਪਤ ਖੋਏ। ਭਗਤੀ ਭਾਏ ਹੁੰਦੀ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਤੋਂ ਬਿਨਾਂ ਜਿਹੜੇ ਪੁਰਸ਼ਾਂ ਦਾ ਹੈ ਨਾ ਮੂੰਹ, ਉਹ ਕਾਲਾ ਕਰਕੇ ਇੱਜ਼ਤ ਹੀ ਗਵਾਚ ਜਾਂਦੀ ਉਹਨਾਂ ਦੀ ਪਰਲੋਕ ਤੇ ਪਰਲੋਕ ਦੇ ਵਿੱਚ। ਕਿਉਂਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨਹੀਂ ਕੀਤੀ ਉਹਨਾਂ ਦਾ ਮੂੰਹ ਕਾਲਾ ਹੀ ਹੁੰਦਾ। ਜਿਨੇ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ। ਜਿਹਨੇ ਵਾਹਿਗੁਰੂ ਦੇ ਨਾਮ ਨੂੰ ਭੁਲਾਤਾ ਉਹ ਅਵਗੁਣਾ ਕਰਕੇ ਲੁੱਟੀ ਹੋਈ ਰੋਣਾ ਕਰਦੀ ਹੈ। ਕਿਉਂਕਿ ਉਹਨਾਂ ਨੇ ਨਾਮ ਨੂੰ ਭੁਲਾਤਾ, ਅਵਗੁਣਾ ਕਰਕੇ ਉਹ ਹਮੇਸ਼ਾ ਹੀ, ਕਿਉਂਕਿ ਲੁੱਟੀ ਗਈ ਕਿੱਥੋਂ? ਕਹਿੰਦੇ ਗੁਣ ਹੀ ਨਹੀਂ ਰਿਹਾ ਕੋਈ। ਇੱਕ ਅਵਗੁਣ ਆ ਗਿਆ, ਉਹਦੇ ਨਾਲ ਦੂਜਾ ਅਵਗੁਣ ਆ ਗਿਆ। ਹੌਲੀ ਹੌਲੀ ਸਰੀਰ ਉੱਤੇ ਅਵਗੁਣਾਂ ਨੇ ਹੀ ਕਬਜ਼ਾ ਕਰ ਲਿਆ। ਅਵਗੁਣਾਂ ਨੇ ਐਸਾ ਜਕੜਬੰਦ ਮਾਰਿਆ ਅੰਦਰ ਤੱਕ ਜਾ ਕੇ ਕਿ ਮੂੰਹ ਨੂੰ ਵੀ ਚੰਗੀ ਤਰ੍ਹਾਂ ਫੜ ਲਿਆ, ਉਹਦੇ ਜ਼ੁਬਾਨ ਨੂੰ ਵੀ ਖਿੱਚ ਲਿਆ ਅੰਦਰ ਨੂੰ। ਖਬਰਦਾਰ ਜੇ ਨਾਮ ਨੂੰ ਬੋਲਿਆ ਤਾਂ। ਨਾਮ ਨੂੰ ਬੋਲਣ ਹੀ ਨਹੀਂ ਦਿੰਦੇ ਉਹ। ਕਹਿੰਦੇ ਪੁੱਠੀ ਗੱਲ ਬੋਲ ਫੇਰ ਤੈਨੂੰ ਛੱਡਾਂਗੇ। ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ। ਸੰਸਾਰਕ ਡਰ ਕਰਕੇ ਖੋਜਦਿਆਂ ਖੋਜਦਿਆਂ ਸਤਿਗੁਰਾਂ ਨੂੰ ਪਾਇਆ। ਫਿਰ ਵੀ ਇਹ ਤਾਂ ਅੰਦਰੋਂ ਇਹੋ ਜਿਹਾ ਪ੍ਰਭਾਵ ਬਣਿਆ, ਨਾਮ ਜਪਣਾ ਹੀ ਨਹੀਂ ਹੁੰਦਾ ਸਾਤੋਂ ਤਾਂ। ਫਿਰ ਗੁਰਾਂ ਦੇ ਕੋਲ ਗਏ, ਜਿਨ੍ਹਾਂ ਦਾ ਮਿਲਾਇਆ ਹੋਇਆ ਫਿਰ ਪਰਮੇਸ਼ਰ ਮਿਲਦਾ। ਜਦੋਂ ਆਪਾਂ ਗੁਰਾਂ ਦੇ ਕੋਲ ਜਾਂਦੇ ਹਾਂ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਉਹ ਬੰਧਨ ਕੱਟਦੇ ਨੇ। ਜਿਹੜੇ ਜ਼ੁਬਾਨ ਨੂੰ ਬੰਧਨ ਪੈ ਗਏ, ਕੰਨਾਂ ਨੂੰ ਪੈ ਗਏ, ਅੱਖਾਂ ਨੂੰ ਪੈ ਗਏ। ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ। ਸਤ ਸੰਗਤ ਰੂਪ ਘਰ ਵਿੱਚ ਵਸ ਕੇ ਆਪਣੇ ਸਰੂਪ ਨੂੰ ਪਛਾਣੇ ਬੰਦਾ ਪਹਿਲਾਂ, ਮੈਂ ਅਸਲ ਵਿੱਚ ਕੀ ਹਾਂ। ਬਾਹਰਲੇ ਸਰੂਪ ਨੂੰ ਭੁੱਲ ਕੇ ਅੰਦਰ ਨੂੰ ਚਲਿਆ ਜਾਵੇ। ਅੰਦਰ ਆਪਣੇ ਆਤਮਾ ਹੈ ਤਾਂ ਆਤਮਾ ਨੂੰ ਪਛਾਣੇ। ਆਤਮਾ ਕੀ ਹੈ? ਪ੍ਰਕਾਸ਼। ਜਦੋਂ ਆਪਾਂ ਅੰਦਰਲੇ ਪ੍ਰਕਾਸ਼ ਨੂੰ ਦੇਖਿਆ ਕਿ ਮੇਰਾ ਅਸਲ ਰੂਪ ਤਾਂ ਪ੍ਰਕਾਸ਼ ਹੈ, ਆ ਸਰੀਰ ਤਾਂ ਉੱਤੇ ਬਣਤਰ ਜੀ ਬਣੀ ਹੋਈ ਹੈ, ਇਸੇ ਨੇ ਰੁਕਾਵਟ ਪਾਈ। ਤਾਂ ਮਹਾਰਾਜ ਕਹਿੰਦੇ ਹੰਗਤਾ ਮਮਤਾ ਪਦਾਰਥਾਂ ਦੀ ਤ੍ਰਿਸ਼ਨਾ ਫੇਰ ਜਾਂਦੀ, ਮੈਂ ਤਾਂ ਆਤਮਾ ਹਾਂ। ਜਦੋਂ ਇਹ ਗੱਲ ਪਕੜ ਲਈ ਕਿ ਮੈਂ ਆਤਮਾ ਹਾਂ ਤਾਂ ਬੰਦੇ ਦਾ ਪਦਾਰਥਾਂ ਨਾਲੋਂ ਫਿਰ ਮੋਹ ਟੁੱਟ ਜਾਂਦਾ, ਤ੍ਰਿਸ਼ਨਾ ਹਟ ਜਾਂਦੀ ਆਪਣੇ ਆਪ ਹੀ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਮਹਾਰਾਜ ਕਥਨ ਕਰਦੇ ਨੇ ਉਹ ਨਿਰਮਲ ਤੋਂ ਨਿਰਮਲ ਨੇ ਜਿਹੜੇ ਰੱਬ ਦੇ ਨਾਮ ਦੇ ਵਿੱਚ ਰੰਗੇ ਗਏ ਨੇ। ਜਿਹੜੇ ਨਿਰਮਲ ਹਰੀ ਪਰਮੇਸ਼ਰ ਦੇ ਨਾਮ 'ਚ ਰਤੇ ਹੋਏ ਨੇ ਨਾ, ਉਹ ਉਜਲ ਮਨ ਵਾਲੇ ਹੋ ਗਏ ਨੇ। ਬਿਲਕੁਲ ਮਨ ਉਜਲਾ ਹੋਣਾ। ਉਜਲ ਮਨ ਬਿਲਕੁਲ ਚਿੱਟਾ ਜਿਵੇਂ ਹੁੰਦਾ ਦੁੱਧ ਚਿੱਟਾ, ਇਸ ਤਰ੍ਹਾਂ ਉਹਨਾਂ ਦਾ ਮਨ ਉਜਲ ਹੋ ਗਿਆ, ਜਿਹਦੇ ਵਿੱਚ ਕੋਈ ਮੈਲ ਨਹੀਂ, ਕੋਈ ਕਾਲਖ ਨਹੀਂ, ਕੋਈ ਦਾਗ ਨਹੀਂ।